ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸੱਚ ਸੰਜਮ ਵਰਤ ਸੱਚ, ਕਬ ਜਨ ਕਲ ਬਖਾਣ। ਦਰਸ਼ਨ ਪਰਸੈ ਗੁਰੂ ਕੈ, ਸੱਚ ਜਨਮ ਪ੍ਰਵਾਣ। ਵਾਹਿਗੁਰੂ ਸਾਹਿਬ ਜੀ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖਹਿ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੇ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਬਹੁਤ ਹੀ ਉੱਤਮ ਭਾਗਾਂ ਵਾਲੇ ਹਾਂ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹਾਂ। ਸੋ ਪਿਆਰਿਓ, ਜਿਹੜੀ ਸਤ ਸੰਗਤ ਹੈ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਅਤੇ ਸਤਸੰਗ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੁੰਦਾ ਹੈ, ਉਹਨੂੰ ਸਤਸੰਗ ਕਰਨੀ ਚਾਹੀਦੀ ਹੈ। ਕਿਉਂਕਿ ਜਦੋਂ ਅਸੀਂ ਸਤਸੰਗ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਤੇ ਗੁਰਬਾਣੀ ਸਾਡੇ ਮਨ ਦਾ ਇਸ਼ਨਾਨ ਕਰਵਾਉਂਦੀ ਹੈ। ਸੋ ਇਸ ਕਰਕੇ ਸਤਸੰਗ ਕਰਨੀ ਗੁਰਸਿੱਖ ਦੇ ਲਈ ਅਤੀ ਜ਼ਰੂਰੀ ਹੈ। ਸੋ ਆਓ ਲੜੀਵਾਰ ਕਥਾ ਵਿਚਾਰ ਜੋ ਚੱਲ ਰਹੀ ਹੈ, ਸੋ ਆਪਾਂ ਰਲ ਮਿਲ ਕੇ ਲਾਹੇ ਪ੍ਰਾਪਤ ਕਰ ਰਹੇ ਹਾਂ। ਪਾਵਨ ਪਵਿੱਤਰ ਗੁਰਬਾਣੀ ਦੀ ਜੋ ਸ੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਕਰ ਰਹੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਕਰਵਾ ਰਹੇ ਨੇ, ਜਿਉਂ ਬੁਲਾਵ ਹੈ ਤਿਉਂ ਬੋਲ ਹੈ ਸੁਆਮੀ, ਕੁਦਰਤ ਕਵਣ ਹਮਾਰੀ। ਉਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਇਹ ਕਾਰਜ ਚੱਲ ਰਿਹਾ ਹੈ। ਸੋ ਆਓ, 3 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਚੌਥੀ ਪੌੜੀ ਦੇ ਵਿੱਚ ਸਤਿਗੁਰੂ ਜੀ ਜੋ ਆਪਣੇ ਕਲਯੁਗੀ ਜੀਵਾਂ 'ਤੇ ਬਖਸ਼ਿਸ਼ਾਂ ਕਰ ਰਹੇ ਨੇ, ਆਓ ਰਲ ਮਿਲ ਕੇ ਸਰਵਣ ਕਰੀਏ। ਸਿੱਧਾ ਨੇ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਜਿਸ ਪ੍ਰਮਾਤਮਾ ਬਾਰੇ ਆਪ ਜੀ ਨੇ ਦੱਸਿਆ ਕਿ ਸਾਰੀ ਦੁਨੀਆ ਉਸ ਵਾਹਿਗੁਰੂ ਦਾ ਜਸ ਗਾ ਰਹੀ ਆ, ਅਤੇ ਹੁਣ ਇਹ ਕਿਰਪਾ ਕਰਕੇ ਵੀ ਦੱਸੋ ਕਿ ਉਸ ਪਰਮਾਤਮਾ ਦੀ ਸਾਹਿਬੀ ਅਤੇ ਉਹਦਾ ਨਾਮ ਅਤੇ ਉਹਦੀ ਬੋਲੀ ਜਿਹੜੀ ਆ ਉਹ ਕਿਹੋ ਜਿਹੀ ਹੈ। ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਤਰ ਦੇ ਰਹੇ ਹਨ। ਸਾਚਾ ਸਾਹਿਬ ਸਾਚ ਨਾਏ,
ਭਾਖਿਆ ਭਾਉ ਅਪਾਰ। ਮਹਾਰਾਜ ਕਹਿਣ ਲੱਗੇ ਵੀ ਸਿੱਧੋ, ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਹੈ ਉਹ ਸੱਚਾ ਸਾਹਿਬ ਆ ਤੇ ਉਹ ਮਾਲਕ ਹੈ, ਤੇ ਉਸ ਵਾਹਿਗੁਰੂ ਦਾ ਨਾਏ ਨਾਮ ਵੀ ਸੱਚਾ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਦੁਨੀਆ ਦੇ ਜਿਹੜੇ ਬਾਦਸ਼ਾਹ ਹੁੰਦੇ ਨੇ ਤੇ ਉਹ ਝੂਠੇ ਹੁੰਦੇ ਨੇ, ਤੇ ਜਿਹੜੇ ਪਰਮੇਸ਼ਰ ਵਾਹਿਗੁਰੂ ਜੀ ਆ ਤੇ ਉਹਨਾਂ ਦੀ ਪਾਤਸ਼ਾਹੀ ਜਿਹੜੀ ਹੁੰਦੀ ਆ ਉਹ ਸਦਾ ਹੁੰਦੀ ਆ, ਕਾਇਮ ਦਾਇਮ ਸਦਾ ਪਾਤਸ਼ਾਹੀ। ਤੇ ਇਸੇ ਤਰ੍ਹਾਂ ਹੀ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਤੇ ਉਸ ਵਾਹਿਗੁਰੂ ਦੀ ਭਾਖਿਆ ਬੋਲੀਆਂ ਵੀ ਬੇਅੰਤ ਨੇ, ਤੇ ਸ੍ਰਿਸ਼ਟੀ ਦੇ ਜਿੰਨੇ ਵੀ ਜੀਵ ਨੇ ਜੋ ਬਾਣੀ ਉਚਾਰਦੇ ਨੇ ਉਹ ਸਾਰੇ ਉਸ ਵਾਹਿਗੁਰੂ ਦੀਆਂ ਬੋਲੀਆਂ ਨੇ, ਤੇ ਉਹ ਪਰਮੇਸ਼ਰ ਵਾਹਿਗੁਰੂ ਹੀ ਸੱਚਾ ਹੈ। ਸਾਚ ਨਾਏ ਉਹਦਾ ਨਾਮ ਵੀ ਸੱਚਾ ਹੈ, ਉਹ ਤਿੰਨੇ ਕਾਲ ਆਬਾਦ ਹੈ। ਸੋ ਇਸੇ ਤਰ੍ਹਾਂ ਹੀ ਤੇ ਉਹ ਜਿਹੜਾ ਸੱਚਾ ਹੈ ਪਰਮੇਸ਼ਰ ਵਾਹਿਗੁਰੂ, ਉਹਦਾ ਨਾਮ ਵੀ ਸੱਚਾ ਹੈ, ਉਹਦੀ ਬਾਣੀ ਬੇਅੰਤ ਪਿਆਰ ਵਾਲੀ ਹੈ। ਇਸੇ ਤਰ੍ਹਾਂ ਮਹਾਂਪੁਰਖਾਂ ਨੇ ਸਾਖੀ ਲਿਖੀ ਆ ਵੀ ਇੱਕ ਵਾਰੀ ਮੁਗਲ ਬਾਦਸ਼ਾਹ ਜਹਾਂਗੀਰ ਨੇ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਵੀ ਤੁਸੀਂ ਦਿੱਲੀ ਆਵੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਬਾਦਸ਼ਾਹ ਦੀ ਬੇਨਤੀ ਨੂੰ ਮੰਨ ਕੇ ਜਦੋਂ ਦਿੱਲੀ ਗਏ ਤੇ ਅੱਗੇ ਬਾਦਸ਼ਾਹ ਜਹਾਂਗੀਰ ਨੇ ਬੜਾ ਸਤਿਕਾਰ ਗੁਰੂ ਸਾਹਿਬ ਦਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਮੀਰੀ ਪੀਰੀ ਵਾਲਾ ਸਰੂਪ ਵੇਖ ਕੇ ਮਨ ਦੇ ਵਿੱਚ ਸ਼ੰਕਾ ਕੀਤੀ ਬਾਦਸ਼ਾਹ ਨੇ ਕਿ ਇਹਨਾਂ ਨੇ ਜਿਹੜੇ ਪਹਿਲਾਂ ਗੁਰੂ ਸਾਹਿਬ ਹੋਏ ਨੇ ਉਹਨਾਂ ਦੇ ਨਾਲੋਂ ਇਹਨਾਂ ਦਾ ਪਹਿਰਾਵਾ ਜਿਹੜਾ ਉਹਦੇ 'ਚ ਫਰਕ ਹੈ, ਤੇ ਇਹ ਵੀ ਸੋਚਿਆ ਵੀ ਪਹਿਰਾਵਾ ਬਾਹਰਲਾ ਹੀ ਆ ਕਿ ਅੰਦਰ ਵੀ ਇਹਨਾਂ ਦੇ ਕੁਝ ਬਦਲਿਆ। ਪਰਖਣ ਦੇ ਲਈ ਫਿਰ ਸਵਾਲ ਵੀ ਕੀਤਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਨੂੰ ਕਿ ਸੰਸਾਰ ਦੇ ਵਿੱਚ ਹਿੰਦੂਆਂ ਦਾ ਮਤ ਚੰਗਾ ਜਾਂ ਤੁਰਕਾਂ ਦਾ। ਇਹ ਸੁਣ ਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉੱਤਰ ਦਿੱਤਾ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਉਹ ਬਚਨ ਆਉਂਦੇ ਨੇ, ਸ੍ਰੀ ਹਰਗੋਬਿੰਦ ਸੁਣਤ ਬਖਾਨਾ, ਸਿਰਜਨਹਾਰ ਏਕ ਹਮ ਜਾਨਾ, ਇੱਕ ਸਮ ਪੰਚੋ ਤਤ ਤੇ ਬਣੇ, ਇੰਦਰੇ ਦੇਹ ਏਕ ਸਮ ਸਨੇ, ਕਰਨਹਾਰ ਕੋ ਸਿਮਰਹਿ ਜੋਏ, ਸਭ ਤੇ ਦੀਰਘ ਜਾਨੋ। ਤੇ ਇਹੋ ਤਰ੍ਹਾਂ ਇਸ ਦੇ ਬਚਨ ਸੁਣ ਕੇ ਬਾਦਸ਼ਾਹ ਖੁਸ਼ ਹੋ ਗਿਆ ਵੀ ਅਸੀਂ ਤਾਂ ਸਾਰਿਆਂ ਦੇ ਵਿੱਚ ਉਸ ਇੱਕ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਨੂੰ ਦੇਖਦੇ ਹਾਂ, ਕਿਉਂਕਿ ਸਾਰਿਆਂ ਦੇ ਸਰੀਰ ਜਿਹੜੇ ਨੇ ਉਹ ਪੰਜਾਂ ਤੱਤਾਂ ਦੇ ਬਣੇ ਹੋਏ ਨੇ, ਤੇ ਸਾਰਿਆਂ ਦੇ ਇੰਦਰੇ ਵੀ ਇੱਕ ਸਮਾਨ ਨੇ। ਤੇ ਜਿਹਨੇ ਉਸ ਵਾਹਿਗੁਰੂ ਪਰਮਾਤਮਾ ਨੂੰ ਸਮਝਿਆ ਹੈ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਜੀ ਦਾ ਸਿਮਰਨ ਕਰਦਾ ਹੈ, ਤੇ ਉਹ ਸਭ ਤੋਂ ਵੱਡਾ ਹੈ, ਤੇ ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਵੇ। ਇਸ ਤਰ੍ਹਾਂ ਦੇ ਬਾਦਸ਼ਾਹ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਸੰਨ ਹੋ ਗਿਆ, ਸ਼ੰਕੇ ਵੀ ਨਿਵਰਤ ਹੋ ਗਏ। ਦੂਜੇ ਦਿਨ ਬਾਦਸ਼ਾਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਨਾਲ ਸ਼ਿਕਾਰ ਖੇਡਣ ਵਾਸਤੇ ਲੈ ਗਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਜੰਗਲ ਦੇ ਵਿੱਚ ਜਾ ਕੇ ਅਕਬਰ ਬਾਦਸ਼ਾਹ ਦੇ ਭਰਾ ਕਾਸਮ ਬੇਗ, ਜਿਹੜਾ ਸ਼ੇਰ ਦੀ ਜੂਨੀ ਵਿੱਚ ਪਿਆ ਸੀ, ਉਹਨੂੰ ਮਾਰ ਕੇ ਉਹਦਾ ਉਧਾਰ ਕੀਤਾ। ਤੇ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬੇਅੰਤ ਨਿਹਾਲ ਹੋਈਆਂ, ਖੁਸ਼ ਹੋਈਆਂ। ਸੱਚੇ ਪਾਤਸ਼ਾਹ ਜੀ ਨੇ ਦਿੱਲੀ ਦੇ ਵਿੱਚ ਰਹਿ ਕੇ ਸੰਗਤਾਂ ਨੂੰ ਫਿਰ ਸੱਚ ਦਾ ਉਪਦੇਸ਼ ਬਖਸ਼ਿਆ,
ਤੇ ਸੰਗਤ ਜਿਹੜੀ ਸੀ ਦਿੱਲੀ ਦੀ, ਉਹ ਸੱਚੇ ਪਾਤਸ਼ਾਹ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਦੇ ਸਨ। ਤੇ ਬਾਦਸ਼ਾਹ ਜਿਹੜਾ ਸੀ ਜਹਾਂਗੀਰ, ਉਹਦੇ ਮਨ ਦੇ ਵਿੱਚ ਸ਼ੰਕਾ ਬਣ ਗਿਆ ਵੀ ਮੈਨੂੰ ਕੋਈ ਸੱਚਾ ਪਾਤਸ਼ਾਹ ਕਿਉਂ ਨਹੀਂ ਕਹਿੰਦਾ। ਤੇ ਬਾਦਸ਼ਾਹ ਜਹਾਂਗੀਰ ਨੂੰ ਆਗਰੇ ਕੋਈ ਕੰਮ ਸੀ, ਜਾਣਾ ਪਿਆ। ਉਹਨੇ ਬੇਨਤੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੀ ਨਾਲ ਲੈ ਲਿਆ। ਸੱਚੇ ਪਾਤਸ਼ਾਹ ਤੁਸੀਂ ਨਾਲ ਚੱਲੋ ਆਗਰੇ। ਤੇ ਆਗਰੇ ਦੇ ਵਿੱਚ ਰਹਿ ਕੇ ਬਾਦਸ਼ਾਹ ਨੇ ਇੱਕ ਦਿਨ ਸ਼ਿਕਾਰ ਖੇਡਣ ਗਏ ਤੇ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਗਏ। ਜੰਗਲ ਦੇ ਵਿੱਚ ਗਰਮੀ ਬਹੁਤ ਸੀ। ਇੱਕ ਦਰਖਤ ਦੇ ਹੇਠਾਂ ਬਾਦਸ਼ਾਹ ਨੇ ਆਪਣਾ ਤੰਬੂ ਲਵਾਇਆ ਤੇ ਥੋੜ੍ਹੇ ਜਿਹੇ ਫਰਕ ਨਾਲ ਹੀ ਛੇਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ ਆਪਣਾ ਤੰਬੂ ਲਾਇਆ। ਤੇ ਗੁਰੂ ਸਾਹਿਬ ਦੇ ਕੋਲ ਸਿੱਖ ਜਿਹੜੇ ਨਾਲ ਨੇ ਮਹਾਰਾਜ ਦੇ, ਉਹ ਸੇਵਾ ਦੇ ਵਿੱਚ ਲੱਗੇ ਹੋਏ ਨੇ। ਇੱਧਰ ਬਾਦਸ਼ਾਹ ਦੇ ਅਹਿਲਕਾਰ ਜਿਹੜੇ ਨੇ ਤੇ ਨੌਕਰ ਚਾਕਰ ਨੇ, ਉਹ ਬਾਦਸ਼ਾਹ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ। ਕਹਿੰਦੇ ਇਸੇ ਤਰ੍ਹਾਂ ਹੀ ਇੱਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਸਿੱਖ ਸੀ, ਗੁਰੂ ਘਰ ਦਾ ਸ਼ਰਧਾਲੂ ਸੀ, ਪਰ ਉਹਨੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਨਹੀਂ ਸੀ ਕੀਤੇ। ਉਹਨੂੰ ਪਤਾ ਲੱਗਿਆ ਵੀ ਇੱਧਰ ਛੇਵੇਂ ਪਾਤਸ਼ਾਹ ਮਹਾਰਾਜ ਆਏ ਹੋਏ ਨੇ। ਗਰੀਬ ਸਿੱਖ ਸੀ, ਘਾਹ ਖੋਤਦਾ ਹੁੰਦਾ ਸੀ। ਘਾਹ ਖੋਤ ਕੇ ਉਹਨੇ ਵੇਚਣਾ ਤੇ ਜੋ ਉਹਨੂੰ ਮਾਇਆ ਮਿਲਣੀ ਉਹਦੇ ਨਾਲ ਘਰ ਦੇ ਵਿੱਚ ਰਸਤ ਵਸਤ ਲੈ ਕੇ ਜਾਣੀ, ਆਪਣਾ ਘਰ ਦੇ ਬੱਚਿਆਂ ਨੂੰ ਪਾਲਦਾ ਸੀ। ਤੇ ਉਹ ਸਿੱਖ ਨੇ ਨਾ ਘਾਹ ਖੋਤ ਕੇ ਵੇਚਿਆ ਤੇ 1 ਟਕਾ ਮਿਲ ਗਿਆ ਵੀ ਇਹ ਟਕਾ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਕਰਨਾ। ਤੇ ਉਹ ਟਕਾ ਲੈ ਕੇ ਜਦੋਂ ਪਹੁੰਚਿਆ ਤੇ ਪੁੱਛਦਾ ਪੁੱਛਦਾ ਆ ਗਿਆ, ਕੁਝ ਪ੍ਰਸ਼ਾਦ ਪਾਣੀ ਵੀ ਨਹੀਂ ਛਕਿਆ, ਭੁੱਖਾ ਤਿਹਾਇਆ ਗੁਰੂ ਦੇ ਦਰਸ਼ਨ ਕਰਨ ਵਾਸਤੇ। ਤੇ ਉਹਨੇ ਆ ਕੇ ਪੁੱਛਿਆ, ਉੱਥੇ ਹੁਣ ਬਾਦਸ਼ਾਹ ਵੀ ਬੈਠਾ ਤੇ ਪਾਤਸ਼ਾਹ ਦਾ ਤੰਬੂ ਵੀ ਲੱਗਿਆ। ਬਾਦਸ਼ਾਹ ਦੇ ਨੌਕਰ ਚਾਕਰ ਫਿਰਦੇ ਨੇ। ਤੇ ਉਹਨੇ ਕਿਹਾ ਮੈਂ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹ ਕਿੱਥੇ ਆ? ਜਿਹੜੇ ਜਹਾਂਗੀਰ ਬਾਦਸ਼ਾਹ ਦੇ ਬੰਦੇ ਸੀ, ਉਹਨਾਂ ਨੇ ਇਸ਼ਾਰਾ ਕਰਤਾ ਜਹਾਂਗੀਰ ਬਾਦਸ਼ਾਹ ਦੇ ਤੰਬੂ ਵੱਲ ਵੀ ਇੱਧਰ ਬੈਠੇ। ਹੁਣ ਸਿੱਖ ਜਿਹੜਾ ਸੀ, ਉਹਨੇ ਕਦੇ ਦਰਸ਼ਨ ਨਹੀਂ ਕੀਤੇ ਗੁਰੂ ਸਾਹਿਬ ਦੇ। ਤੇ ਉਹ ਗਿਆ ਤੇ ਜਹਾਂਗੀਰ ਬਾਦਸ਼ਾਹ ਦੇ ਅੱਗੇ ਉਹਨੇ ਟਕਾ ਰੱਖਿਆ ਤੇ ਮੱਥਾ ਟੇਕਿਆ, ਹੱਥ ਜੋੜੇ, ਬੇਨਤੀ ਕੀਤੀ, ਸੱਚੇ ਪਾਤਸ਼ਾਹ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਸੰਤੋਖ ਸਿੰਘ ਜੀ ਬੜੇ ਪਿਆਰ ਦੇ ਨਾਲ ਲਿਖਦੇ ਨੇ, ਹਾਥ ਜੋੜ ਪੁਨ ਅਰਜ ਗੁਜ਼ਾਰੀ। ਕਹਿੰਦੇ ਦੋਵੇਂ ਹੱਥ ਜੋੜ ਕੇ ਅਰਜ ਕੀਤੀ, ਸਾਚੋ ਪਾਤਸ਼ਾਹ ਗੁਰ ਭਾਰੀ, ਤੁਸੀਂ ਸੱਚੇ ਪਾਤਸ਼ਾਹ ਹੋ, ਭਾਰੀ ਗੁਰੂ ਹੋ। ਦਰਸ਼ਨ ਕੀ ਅਭਲਾਖ ਕਨੇਰੀ, ਮੇਰੇ ਦਰਸ਼ਨ ਦੇ ਵਿੱਚ ਬਹੁਤੀ ਆਸਾ ਸੀ, ਅਭਲਾਖਾ ਸੀ ਦਰਸ਼ਨ ਕਰਨ ਦੀ। ਸੁਣੋ ਸਰੋਣ ਦੇ ਬਿਨਤੀ ਮੋਰੀ, ਮਹਾਰਾਜ ਮੇਰੀ ਬੇਨਤੀ ਸੁਣੋ। ਦੀਨ ਦੁਨੀ ਕੋ ਮਾਲਕ ਹੈ, ਆਪ ਦੀਨ ਦੁਨੀਆ ਦੇ ਮਾਲਕ ਹੋ। ਸਾਚੋ ਪਾਤਸ਼ਾਹ ਹੋ ਇਮ ਕਹੈ, ਇਸ ਕਰਕੇ ਮਹਾਰਾਜ ਆਪ ਜੀ ਨੂੰ ਮੈਂ ਸੱਚਾ ਪਾਤਸ਼ਾਹ ਕਹਿੰਦਾ ਹਾਂ। ਦਾਸ ਗਰੀਬ ਜਨ ਕਰ ਮੋਹੀ, ਕਹਿਣ ਲੱਗਿਆ ਆਪ ਜੀ ਦੇ ਚਰਨਾਂ ਵਿੱਚ ਮੇਰੀ ਦਾਸ ਦੀ ਗਰੀਬ ਦੀ ਬੇਨਤੀ ਹੈ। ਬਣੋ ਸਹਾਇ ਮ੍ਰਿਤੂ ਜਬ ਹੋਈ, ਮਹਾਰਾਜ ਜਦੋਂ ਮੇਰੀ ਮ੍ਰਿਤੂ ਹੋਊਗੀ, ਮੇਰੀ ਮੌਤ ਹੋਵੇਗੀ, ਤੁਸੀਂ ਸਹਾਈ ਹੋਇਓ। ਅਪਰ ਕਾਮਨਾ ਕੋਏ ਨਾ ਨਾਥ, ਹੇ ਮਾਲਕ ਜੀ ਮੇਰੀ ਹੋਰ ਕੋਈ ਇੱਛਾ ਨਹੀਂ ਹੈ, ਕਾਮਨਾ ਨਹੀਂ। ਜਮ ਤੇ ਰਾਖੋ ਦੇ ਕਰ ਹਾਥ, ਤੇ ਤੁਸੀਂ ਮੇਰੀ ਜਮਾ ਤੋਂ ਰੱਖਿਆ ਕਰੋ। ਤੇ ਇਹ ਗੱਲਾਂ ਸਿੱਖ ਜਦੋਂ ਕਹਿ ਰਿਹਾ ਤੇ ਬਾਦਸ਼ਾਹ ਜਹਾਂਗੀਰ ਸੁਣ ਕੇ ਹੈਰਾਨ ਹੋ ਗਿਆ। ਸੋਚਣ ਲੱਗਾ ਵੀ ਮੈਂ ਪਰਲੋਕ ਵਿੱਚ ਇਹਦੀ ਸਹਾਇਤਾ ਕਿਵੇਂ ਕਰ ਸਕਦਾ। ਬਾਦਸ਼ਾਹ ਨੇ ਕਿਹਾ, ਸਿੱਖਾ ਜਿਹੜਾ ਕੁਝ ਤੈਨੂੰ ਚਾਹੀਦਾ, ਉਹ ਹੀਰੇ ਮੋਤੀ ਜਵਾਹਰਾਤ ਜੋ ਕੁਝ ਚਾਹੀਦਾ ਤੈਨੂੰ ਮੈਂ ਦੇ ਸਕਦਾ। ਜੇ ਤੂੰ ਚਾਹੇ ਤੈਨੂੰ ਮੈਂ ਆਪਣੇ ਕੋਲ ਵਜ਼ੀਰ ਬਣਾ ਕੇ ਰੱਖ ਸਕਦਾ, ਪਰ ਮੈਂ ਤੇਰੀ ਪਰਲੋਕ ਦੇ ਵਿੱਚ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਮੈਂ ਤਾਂ ਇਸ ਲੋਕ ਦਾ ਵਾਸ ਹਾਂ। ਪਰਲੋਕ ਦੇ ਵਿੱਚ ਤਾਂ ਸਹਾਇਤਾ ਜਿਹੜਾ ਕਰ ਸਕਦਾ, ਉਹਦਾ ਡੇਰਾ ਤਾਂ ਅਗਲੇ ਤੰਬੂ ਦੇ ਵਿੱਚ ਹੈ।
ਜਦੋਂ ਇਹ ਸੁਣਿਆ ਸਿੱਖ ਨੇ ਤੇ ਉਹਨੇ ਆਪਣਾ ਟਕਾ ਜਿਹੜਾ ਬਾਦਸ਼ਾਹ ਦੇ ਅੱਗੇ ਰੱਖਿਆ ਸੀ ਉਹ ਚੱਕ ਲਿਆ ਤੇ ਟਕਾ ਚੁੱਕਿਆ ਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਕਲਗੀ ਲੱਗੀ ਆ ਸੱਚੇ ਪਾਤਸ਼ਾਹ ਦੇ 2 ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਪਹਿਨੀਆਂ ਨੇ, ਉਹਨਾਂ ਦੇ ਚਰਨਾਂ ਵਿੱਚ ਟਕਾ ਰੱਖ ਕੇ ਪਿਆਰ ਦੇ ਨਾਲ ਨਮਸਕਾਰ ਕੀਤੀ ਤੇ ਸਿੱਖ ਦੇ ਪਿੱਛੇ ਹੀ ਉਹ ਬਾਦਸ਼ਾਹ ਆ ਗਿਆ ਵੀ ਵੇਖਦੇ ਆ ਜਾ ਕੇ। ਟਕਾ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖਿਆ ਤੇ ਸਿੱਖ ਨੇ ਫਿਰ ਬੇਨਤੀ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਬੜੇ ਪਿਆਰ ਦੇ ਵਿੱਚ, ਬੜੀ ਸੋਹਣੀ ਕਾਵ ਆ ਉਹਨਾਂ ਦੀ। ਟਕਾ ਰਾਖ ਕਰ ਅਰਜ ਗੁਜ਼ਾਰੀ, ਮੈਂ ਆਏ ਹੋ ਗੁਰ ਸਰਨ ਤੁਮਾਰੀ। ਟਕਾ ਰੱਖਿਆ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ। ਅੰਤ ਕਾਲ ਮੈਂ ਬਣੋ ਸਹਾਈ, ਜਮਦੂਤਨ ਤੇ ਲਿਹੋ ਬਚਾਈ। ਮਹਾਰਾਜ ਅੰਤ ਕਾਲ ਵੇਲੇ ਤੁਸੀਂ ਮੇਰੀ ਸਹਾਇਤਾ ਕਰਨੀ, ਮੈਨੂੰ ਜਮਦੂਤਾਂ ਤੋਂ ਬਚਾਉਣਾ। ਸਿੱਖ ਦੀ ਨਿਮਰਤਾ ਸਰਧਾ ਭਰੀਆਂ ਬੇਨਤੀਆਂ ਤੇ ਹਿਰਦੇ ਦਾ ਪਿਆਰ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਦੇ ਘਰ ਦੇ ਵਿੱਚ ਆਏ। ਮੀਰੀ ਪੀਰੀ ਦੇ ਮਾਲਕ ਕਹਿਣ ਲੱਗੇ, ਕਵੀ ਜੀ ਲਿਖਦੇ ਨੇ, ਸੁਣ ਸਤਿਗੁਰੂ ਕਿਰਪਾਲ ਬਖਾਨਾ। ਜਦੋਂ ਸਤਿਗੁਰੂ ਜੀ ਕਿਰਪਾ ਦੇ ਘਰ ਦੇ ਵਿੱਚ ਆਏ, ਸਿਮਰੋ ਸਤਨਾਮ ਕਲਿਆਣਾ। ਕਹਿਣ ਲੱਗੇ ਤੂੰ ਸਤਨਾਮ ਦਾ ਸਿਮਰਨ ਕਰਿਆ ਕਰ, ਤੇਰੀ ਕਲਿਆਣ ਹੋਵੇਗੀ। ਧਰਮ ਕਿਰਤ ਕਰ ਖਾਹੋ ਆਹਾਰਾ, ਧਰਮ ਦੀ ਕਿਰਤ ਕਰਕੇ ਤੂੰ ਭੋਜਨ ਛਕਣਾ। ਇਨ ਦੋ ਇਨ ਤੇ ਸਦਾ ਸੁਖਾਰਾ, ਤੂੰ ਇਸ ਤਰ੍ਹਾਂ ਕਰਕੇ ਲੋਕ ਤੇ ਪਰਲੋਕ ਦੇ ਵਿੱਚ ਦੋਵਾਂ ਦੇ ਵਿੱਚ ਸੁਖੀ ਰਹੇਗਾ। ਨਹਿ ਜਮਦੂਤ ਦੇਖਵੇ ਪਾਵੈ, ਤੈਨੂੰ ਜਮਦੂਤ ਦੇਖਣਗੇ ਨਹੀਂ। ਕਰ ਦੇ ਕਰ ਸਤਿਗੁਰੂ ਬਚਾਵਹਿ। ਕਿਰਪਾ ਦਾ ਹੱਥ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਤੇਰਾ ਬਚਾਅ ਹੋਵੇਗਾ। ਜਦੋਂ ਇਸ ਤਰ੍ਹਾਂ ਦੀ ਬਚਨ ਬਾਦਸ਼ਾਹ ਨੂੰ ਸੁਣੇ, ਸਮਝ ਪੈ ਗਈ ਬਾਦਸ਼ਾਹ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੋਕ ਸੱਚੇ ਪਾਤਸ਼ਾਹ ਹੀ ਇਸ ਕਰਕੇ ਕਹਿੰਦੇ ਨੇ ਵੀ ਇਹ ਤਾਂ ਲੋਕ ਪਰਲੋਕ ਦੇ ਵਿੱਚ ਨਿਆਮਤਾਂ ਬਖਸ਼ਿਸ਼ ਕਰਦੇ ਨੇ, ਸਹਾਇਤਾ ਕਰਦੇ ਨੇ। ਤੇ ਸਿੱਖ ਦੇ ਜਾਣ ਤੋਂ ਮਗਰੋਂ ਫਿਰ ਬਾਦਸ਼ਾਹ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪੁੱਛਿਆ ਵੀ ਸੱਚੇ ਪਾਤਸ਼ਾਹ ਤੁਸੀਂ ਸਿੱਖ ਦੇ ਕੇਵਲ ਇੱਕ ਟਕੇ ਦੇ ਬਦਲੇ ਉਹਨੂੰ ਮੁਕਤੀ ਦੇ ਦਿੱਤੀ, ਕੀ ਜਿਹੜੀ ਮੁਕਤੀ ਆ ਉਹ ਇੰਨੀ ਸਸਤੀ ਹੈ? ਤਾਂ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ, ਬਾਦਸ਼ਾਹ ਟਕਾ ਮੁਕਤੀ ਦਾ ਮੁੱਲ ਨਹੀਂ ਆ, ਇਹ ਤਾਂ ਉਹਦੇ ਪਿਆਰ ਤੇ ਸੰਤੋਖ ਦੇ ਬਦਲੇ ਦਿੱਤਾ। ਤੂੰ ਉਹ ਸਿੱਖ ਨੂੰ ਟਕੇ ਦੇ ਬਦਲੇ ਕਿੰਨਾ ਧਨ ਦੇਣ ਵਾਸਤੇ ਤਿਆਰ ਸੀ, ਉਹਨੂੰ ਵਜ਼ੀਰ ਬਣਾਉਣ ਵਾਸਤੇ ਤਿਆਰ ਸੀ, ਪਰ ਸਿੱਖ ਨੇ ਤੇਰੇ ਤੋਂ ਉਹ ਸਭ ਕੁਝ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਤਾਂ ਸਿੱਖ ਦਾ ਤਿਆਗ ਤੇ ਸੰਤੋਖ ਦੇਖ ਤੂੰ, ਕਿੰਨਾ ਸੰਤੋਖੀ ਸੀ ਉਹ ਗੁਰੂ ਦਾ ਸਿੱਖ। ਤੇ ਇਹ ਸੁਣ ਕੇ ਜਦੋਂ ਜਹਾਂਗੀਰ ਬਾਦਸ਼ਾਹ ਹੈਰਾਨ ਹੋ ਗਿਆ ਕਿ ਗੁਰੂ ਸਾਹਿਬ ਜੀ ਨੂੰ ਮੇਰੀ ਤੇ ਸਿੱਖ ਦੀ ਵਾਰਤਾ ਦਾ ਕਿਵੇਂ ਪਤਾ ਲੱਗ ਗਿਆ, ਸਮਝ ਪੈ ਗਈ ਕਿ ਸੱਚਮੁੱਚ ਗੁਰੂ ਅੰਤਰਜਾਮੀ ਆ ਤੇ ਪਰਲੋਕ ਦੇ ਸਹਾਇਕ ਸੱਚੇ ਪਾਤਸ਼ਾਹ ਨੇ। ਮੈਂ ਤਾਂ ਝੂਠੇ ਸੰਸਾਰ ਦਾ ਬਾਦਸ਼ਾਹ ਹੀ ਹਾਂ। ਤੇ ਸਰਦਾ ਦੇ ਸਹਿਤ ਫਿਰ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ। ਤੇ ਗੁਰਮੁਖ ਪਿਆਰੋ ਇਸੇ ਤਰ੍ਹਾਂ ਬੇਅੰਤ ਪ੍ਰਮਾਣ ਮਿਲਦੇ ਨੇ ਕਿ ਜਿਹੜਾ ਉਹ ਵਾਹਿਗੁਰੂ ਹੈ, ਪ੍ਰਮਾਤਮਾ ਹੈ। ਤੇ ਗੁਰਮੁਖ ਪਿਆਰਿਓ ਉਹ ਸੱਚਾ ਪਾਤਸ਼ਾਹ ਹੈ, ਦੁਨੀਆ ਦੇ ਬਾਦਸ਼ਾਹ ਵਾਂਗੂ ਝੂਠਾ ਨਹੀਂ ਹੈ। ਤੇ ਉਹਦੀ ਜਿਹੜੀ ਬਾਦਸ਼ਾਹੀ ਪਾਤਸ਼ਾਹੀ ਹੈ ਉਹ ਸਦਾ ਰਹਿਣ ਵਾਲੀ ਹੈ। ਇਸੇ ਕਰਕੇ ਆਪਾਂ ਸਤਿਗੁਰੂ ਦੇ ਬਾਵਨ ਵਚਨ ਪੜ੍ਹਦੇ ਹਾਂ, ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ। ਭਾਈ ਗੁਰਦਾਸ ਜੀ ਦੇ ਵਚਨ ਆਉਂਦੇ ਨੇ, ਸਤਿਗੁਰ ਸੱਚਾ ਪਾਤਸ਼ਾਹੋ ਕੂੜੇ ਬਾਦਸ਼ਾਹ ਦੁਨੀਆਵੇ। ਜਿਹੜੇ ਦੁਨੀਆ ਦੇ ਬਾਦਸ਼ਾਹ ਹੁੰਦੇ ਨੇ ਝੂਠੇ ਹੁੰਦੇ ਨੇ ਤੇ ਸਤਿਗੁਰੂ ਤਾਂ ਸੱਚੇ ਪਾਤਸ਼ਾਹ ਨੇ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ, ਮਹਾਰਾਜ ਉਸ ਪ੍ਰਮਾਤਮਾ ਤੋਂ ਕੋਈ ਮੰਗਦਾ ਵੀ ਹੈ? ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ, ਹੱਕ ਹੈ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਮਹਾਰਾਜ ਕਹਿੰਦੇ, ਹੇ ਸਿੱਧੋ ਉਸ ਦਾਤਾਰ ਵਾਹਿਗੁਰੂ ਜੀ ਤੋਂ ਅੱਖ ਹੈ। ਮੁਖੋਂ ਦੇ ਦੇ ਕਹਿ ਕੇ ਸਾਰੇ ਹੀ ਲੋਕ ਮੰਗਦੇ ਨੇ।
ਪ੍ਰਮਾਤਮਾ ਜਿਹੜਾ ਹੈ ਉਹ ਕਰਮਾਂ ਦੇ ਅਨੁਸਾਰ ਸਭ ਨੂੰ ਦਾਤਾਂ ਦਿੰਦਾ। ਜਿੰਨੇ ਵੀ ਦੇਵੀ ਦੇਵਤੇ ਨੇ ਜਿਨ੍ਹਾਂ ਨੂੰ ਆਪਾਂ ਮੰਨਦੇ ਪੂਜਦੇ ਹਾਂ, ਤੇ ਪਿਆਰਿਓ ਇਹ ਵੀ ਸਾਰੇ ਉਸ ਪ੍ਰਮਾਤਮਾ ਤੋਂ, ਪਰਮੇਸ਼ਰ ਵਾਹਿਗੁਰੂ ਤੋਂ ਮੰਗਦੇ ਨੇ। ਇਹ ਦੇਵੀ ਦੇਵਤੇ ਵੀ ਕਹਿੰਦੇ ਵੀ ਸਾਨੂੰ ਵੀ ਦੇ, ਮਨੁੱਖਾ ਦੇਹੀ ਦੇ, ਕਿਉਂਕਿ ਜਿਹੜੇ ਦੇਵੀ ਦੇਵਤੇ ਆ ਇਹ ਮਨੁੱਖਾ ਦੇਹੀ ਨੂੰ ਤਰਸਦੇ ਨੇ, ਉਸ ਵਾਹਿਗੁਰੂ ਤੋਂ ਇਹ ਦਾਤਾ ਮੰਗਦੇ ਨੇ। ਤੇ ਪਰਮੇਸ਼ਰ ਵਾਹਿਗੁਰੂ ਦਾਤਾਰ ਜਿਹੜਾ ਹੈ, ਦਾਤਾ ਰੂਪ ਆ, ਤੇ ਉਹ ਦਾਤਾਂ ਬਖਸ਼ਿਸ਼ ਕਰੀ ਜਾਂਦਾ ਆਪਣੇ ਪਿਆਰਿਆਂ ਨੂੰ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਦੇਹ ਦੇਹ ਆਖਾ ਸਭ ਕੋਈ, ਜੈ ਭਾਵੈ ਤੈ ਦੇ। ਤੇ ਜਿਹੋ ਜੀ ਕੋਈ ਵਾਸਨਾ ਭਾਵਨਾ ਰੱਖਦਾ ਆਪਣੇ ਮਨ ਦੇ ਵਿੱਚ, ਜਿਹੋ ਜੀ ਕੋਈ ਮੰਗ ਰੱਖ ਕੇ ਮੰਗਦਾ ਹੈ, ਤੇ ਪਰਮੇਸ਼ਰ ਉਹਨੂੰ ਉਹੋ ਜਿਹੀਆਂ ਬਖਸ਼ਿਸ਼ਾਂ ਕਰਦਾ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਧਨ ਲక్ష్ਮੀ ਆਦਿਕ ਮੰਗਦਾ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉਹੋ ਜਿਹੀਆਂ ਦਾਤਾਂ ਦਿੰਦੇ ਨੇ। ਕੋਈ ਸੰਸਾਰੀ ਪਦਾਰਥ ਮੰਗਣ ਵਾਸਤੇ ਆਉਂਦਾ ਗੁਰੂ ਦੇ ਦਰ ਤੇ, ਪਦਾਰਥਾਂ ਨੂੰ ਮੰਗਦਾ, ਉਹਨਾਂ ਨੂੰ ਪਦਾਰਥ ਮਿਲਦੇ ਨੇ। ਕੋਈ ਪਰਮਾਰਥ ਦੀਆਂ ਦਾਤਾਂ ਮੰਗਦਾ ਹੈ, ਕੋਈ ਬ੍ਰਹਮ ਵਿਦਿਆ ਦੀ ਦਾਤ ਮੰਗਦਾ, ਕੋਈ ਬ੍ਰਹਮ ਗਿਆਨ ਦੀ ਮੰਗਦਾ, ਕੋਈ ਮੁਕਤੀ ਮੰਗਦਾ। ਤੇ ਪਰਮੇਸ਼ਰ ਵਾਹਿਗੁਰੂ ਜੀ ਉਹਨਾਂ ਨੂੰ ਫਿਰ ਉਹੋ ਜਿਹੀਆਂ ਦਾਤਾਂ ਹੀ ਬਖਸ਼ਿਸ਼ ਕਰਦੇ ਹਨ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਉਸ ਵਾਹਿਗੁਰੂ ਪਰਮਾਤਮਾ ਦੇ ਅੱਗੇ ਕਹਿੰਦੇ ਭੇਟਾ ਕਿਹੜੀ ਰੱਖੀਏ, ਜਿਹਦੇ ਨਾਲ ਉਹ ਵਾਹਿਗੁਰੂ ਦਾ ਦਰਬਾਰ ਜਿਹੜਾ ਹੈ ਉਹ ਦਿਸ ਪਵੇ। ਮਹਾਉ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਇਹ ਦੋਨਾਂ ਪੰਕਤੀਆਂ ਦੇ ਵਿੱਚ ਪ੍ਰਸ਼ਨ ਹੈ। ਕਹਿੰਦੇ ਵੀ ਕਿਹੜੇ ਬਚਨ ਮੂੰਹ ਤੋਂ ਕਹੀਏ, ਤੇ ਜਿਹਦੇ ਬਚਨ ਬੋਲਣ ਕਰਕੇ, ਜਿਹੜੇ ਬਚਨ ਬੋਲਣ ਕਰਕੇ ਉਹ ਵਾਹਿਗੁਰੂ ਸਾਡੇ ਨਾਲ ਪ੍ਰੇਮ ਕਰੇ। ਤੇ ਹੁਣ ਇਹਨਾਂ ਦੋਵਾਂ ਪ੍ਰਸ਼ਨਾਂ ਦਾ ਉੱਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਰਹੇ ਨੇ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਧੋ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਜਪਦਾ, ਤੇ ਇਹੀ ਉਸ ਵਾਹਿਗੁਰੂ ਪਰਮਾਤਮਾ ਦੀ ਸੱਚੀ ਭੇਟਾ ਹੈ। ਤੇ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ, ਤੇ ਜਿਨ੍ਹਾਂ ਦੀ ਵਿਚਾਰ ਸੁਣ ਕੇ ਉਹ ਵਾਹਿਗੁਰੂ ਸਾਡੇ ਨਾਲ ਪਿਆਰ ਕਰਦਾ। ਅੰਮ੍ਰਿਤ ਵੇਲੇ ਉੱਠਣਾ ਤੇ ਗੁਰਮੁਖ ਪਿਆਰਿਓ ਇਹ ਗੁਰਸਿੱਖ ਦਾ ਨਿਯਮ ਹੈ। ਨਾਉ ਪ੍ਰਭਾਤੈ ਸ਼ਬਦ ਧਿਆਈਐ, ਛੋਡੋ ਤੁਨੀ ਪ੍ਰੀਤਾ। ਪਹਿਲੇ ਪਹਿਰੇ ਫੁੱਲੜਾ ਫਲ ਵੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈਂ ਕੰਨੋ ਦਾਤ। ਉਹਨਾਂ ਨੂੰ ਦਾਤਾਂ ਮਿਲਦੀਆਂ ਨੇ ਪਰਮੇਸ਼ਰ ਕੋਲੋਂ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵਚਨ ਕਰਦੇ ਨੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ। ਮੈਂ ਉਹਨਾਂ ਤੋਂ ਕੁਰਬਾਨ ਜਾਨਾ। ਭਾਈ ਸਾਹਿਬ ਕਹਿੰਦੇ ਜਿਹੜੇ ਪਿਛਲੀ ਰਾਤ ਉੱਠਦੇ ਨੇ। ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ, ਜਿਹੜੇ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਦੇ ਨੇ, ਉਹਨਾਂ ਤੋਂ ਕੁਰਬਾਨ ਜਾਨਾ। ਸੋ ਅੰਮ੍ਰਿਤ ਵੇਲੇ ਦੀ ਬਾਬਤ ਗ੍ਰੰਥਾਂ ਦੇ ਵਿੱਚ ਬੜੇ ਵਿਚਾਰ ਆਏ ਨੇ, ਤੇ ਗੁਰਮੁਖ ਪਿਆਰਿਓ ਮਹਾਂਪੁਰਖਾਂ ਨੇ ਵੀ ਲਿਖਿਆ। 84 ਲੱਖ ਜੂਨੀਆਂ ਦੇ ਵਿੱਚੋਂ ਮਨੁੱਖਾ ਜਨਮ ਵੀ ਅੰਮ੍ਰਿਤ ਵੇਲਾ, ਕਿਉਂਕਿ ਇਸ ਮਨੁੱਖਾ ਦੇਹੀ ਦੇ ਵਿੱਚ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਕੇ ਅਮਰ ਹੋ ਜਾਂਦੇ ਹਾਂ, ਬਾਕੀ ਜੂਨਾਂ ਦੇ ਵਿੱਚ ਨਹੀਂ। ਕਲਯੁਗ ਦਾ ਸਮਾਂ ਚਾਰੇ ਯੁੱਗਾਂ ਤੋਂ ਅੰਮ੍ਰਿਤ ਵੇਲਾ, ਕਿਉਂਕਿ ਇਸ ਯੁੱਗ ਦੇ ਵਿੱਚ ਨਾਮ ਅੰਮ੍ਰਿਤ ਜਿਹੜਾ ਉਹ ਛੇਤੀ ਫਲੀਭੂਤ ਹੋ ਜਾਂਦਾ। ਬਾਲਕ ਅਵਸਥਾ ਵੀ ਅੰਮ੍ਰਿਤ ਵੇਲਾ ਹੈ, ਕਿਉਂਕਿ ਬਾਲਕ ਅਵਸਥਾ ਦੇ ਵਿੱਚ ਵਿਕਾਰਾਂ ਤੇ ਧੰਦਿਆਂ ਦੇ ਵੱਲ ਬਿਰਤੀ ਘਟ ਜਾਂਦੀ ਹੈ। ਜਿਵੇਂ ਧਰੂ ਤੇ ਪ੍ਰਹਲਾਦ ਨੇ ਬਾਲਕ ਅਵਸਥਾ ਦੇ ਵਿੱਚ ਨਾਮ ਜਪਿਆ ਸੀ, 5 ਤੇ 7 ਸਾਲ ਦੀ ਉਮਰ ਸੀ। ਇਸੇ ਕਰਕੇ ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਕਹਿੰਦੇ ਜਿਸ ਵੇਲੇ
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਗਿਆ ਲੈ ਕੇ ਮਨਸੁਖ ਜਿਹੜਾ ਸਾਹੂਕਾਰ ਸੀ ਸੰਗਲਾਦੀਪ ਦੇ ਵਿੱਚ ਪਹੁੰਚਿਆ ਤੇ ਉੱਥੇ ਪਹੁੰਚ ਕੇ ਰਾਜੇ ਸਿਵਨਾਭ ਨੂੰ ਮਿਲਿਆ ਤੇ ਫਿਰ ਉਹਨੂੰ ਅੰਮ੍ਰਿਤ ਵੇਲੇ ਦਾ ਜਿਹੜਾ ਮਹਾਤਮ ਸੀ ਉਹ ਦੱਸਿਆ ਵੀ ਅੰਮ੍ਰਿਤ ਵੇਲਾ ਜਿਹੜਾ ਗੁਰਸਿੱਖ ਨੇ ਸਾਂਭਣਾ ਤੇ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਇਸ਼ਨਾਨ ਕਰਦਾ ਹੈ, ਪਹਿਰ ਰਾਤ ਰਹਿੰਦੀ, ਰਾਤ ਦੇ 4 ਪਹਿਰ ਹੁੰਦੇ ਨੇ, 6 ਵਜੇ ਤੋਂ ਲੈ ਕੇ 9 ਵਜੇ ਤੱਕ ਪਹਿਲਾ ਪਹਿਰ, 9 ਤੋਂ 12 ਤੱਕ ਦੂਜਾ, 12 ਤੋਂ 3 ਵਜੇ ਤੱਕ ਤੀਜਾ, 3 ਵਜੇ ਤੋਂ ਲੈ ਕੇ 6 ਵਜੇ ਤੱਕ ਚੌਥਾ। ਇੱਕ ਪਹਿਰ ਰਾਤ ਰਹਿੰਦੀ, ਭਾਵ 3 ਵਜੇ ਉੱਠ ਕੇ ਜਿਹੜੇ ਇਸ਼ਨਾਨ ਕਰਦੇ ਆ ਉਹਨੂੰ 3260 ਤੋਲੇ ਸੋਨੇ ਦੇ ਦਾਨ ਕਰਨ ਜਿੰਨਾ ਫਲ ਪ੍ਰਾਪਤ ਹੁੰਦਾ। ਇੰਨਾ ਅੰਮ੍ਰਿਤ ਵੇਲੇ ਦਾ ਮਹੱਤਮ ਦੱਸਿਆ। ਜਿਹੜਾ ਮਨੁੱਖ 4 ਘੜੀਆਂ ਰਾਤ ਰਹਿੰਦੀ ਇਸ਼ਨਾਨ ਕਰਦਾ ਉਹਨੂੰ 3260 ਤੋਲੇ ਚਾਂਦੀ ਦੇ ਦਾਨ ਕਰਨ ਜਿੰਨਾ ਫਲ ਮਿਲਦਾ। ਤੇ ਜਿਹੜਾ ਮਨੁੱਖ 1 ਘੜੀ ਰਾਤ ਰਹਿੰਦੇ ਇਸ਼ਨਾਨ ਕਰਦਾ ਉਹਨੂੰ 1.25 ਮਣ ਦੁੱਧ ਦਾਨ ਕਰਨ ਜਿੰਨਾ ਫਲ ਮਿਲਦਾ। ਜਿਹੜਾ ਮਨੁੱਖ ਪ੍ਰਾਤः ਕਾਲ ਉੱਠ ਕੇ ਇਸ਼ਨਾਨ ਕਰਦਾ ਉਹਨੂੰ 1 ਮਣ ਜਲ ਦਾਨ ਕਰਨ ਜਿੰਨਾ ਫਲ ਮਿਲਦਾ। ਜਿਹੜਾ ਮਨੁੱਖ ਦਿਨ ਚੜ੍ਹਨ ਤੇ ਇਸ਼ਨਾਨ ਕਰਦਾ ਤੇ ਉਹਨੂੰ ਸਰੀਰਕ ਪਵਿੱਤਰਤਾ ਤਾਂ ਮਿਲ ਜਾਂਦੀ ਆ ਤੇ ਪਰ ਉਹਨੂੰ ਕੋਈ ਪੁੰਨ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਨੂੰ ਜਪਣਾ, ਉਸ ਵਾਹਿਗੁਰੂ ਦੀ ਵਡਿਆਈ ਕਰਨੀ, ਵਿਚਾਰ ਕਰਨੀ, ਇਹ ਗੁਰਸਿੱਖ ਨੂੰ ਕਰਨਾ ਚਾਹੀਦਾ ਹੈ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏਗੀ? ਫਿਰ ਗੁਰੂ ਸਾਹਿਬ ਜੀ ਉੱਤਰ ਦਿੰਦੇ ਹਨ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਮਹਾਰਾਜ ਕਹਿੰਦੇ ਸਿੱਧੋ ਸਕਾਮ ਕਰਮਾਂ ਕਰਕੇ ਸਰੀਰ ਰੂਪੀ ਕੱਪੜਾ ਜਿਹੜਾ ਮਿਲਦਾ ਤੇ ਸਕਾਮ ਕਰਮਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਕਿਉਂਕਿ ਜਿਹੜੀ ਮੁਕਤੀ ਦੀ ਪ੍ਰਾਪਤੀ ਹੁੰਦੀ ਆ ਤੇ ਇਹ ਸਤਿਗੁਰੂ ਦੀ ਜਦੋਂ ਕਿਰਪਾ ਹੁੰਦੀ ਆ ਫੇਰ ਹੀ ਪ੍ਰਾਪਤ ਹੁੰਦੀ ਆ, ਜਦੋਂ ਉਹਦੀ ਨਜ਼ਰ ਹੋ ਜਾਵੇ, ਬਖਸ਼ਿਸ਼ ਹੋ ਜੇ। ਜਿਹੜੇ ਪੁਰਸ਼ ਨਿਸ਼ਕਾਮ ਕਰਮ ਕਰਦੇ ਨੇ ਉਹਨਾਂ ਨੂੰ ਪ੍ਰੇਮ ਰੂਪੀ ਕੱਪੜਾ ਪ੍ਰਾਪਤ ਹੋ ਜਾਂਦਾ ਹੈ। ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਤੇ ਜਦੋਂ ਪਰਮੇਸ਼ਰ ਵਾਹਿਗੁਰੂ ਜਦੋਂ ਪ੍ਰੇਮ ਰੂਪੀ ਕੱਪੜਾ ਪ੍ਰਾਪਤ ਹੁੰਦਾ ਉਸ ਵਾਹਿਗੁਰੂ ਦਾ, ਫਿਰ ਸਤਿਗੁਰੂ ਦੀ ਨਜ਼ਰ ਹੁੰਦੀ ਹੈ ਤੇ ਕਿਰਪਾ ਹੋ ਜਾਂਦੀ ਹੈ। ਫਿਰ ਮੋਕੀਏ ਮੁਕਤੀ ਦਾ ਦਰਵਾਜ਼ਾ ਭਾਵ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਇਸ ਪ੍ਰਕਾਰ ਜਾਣ ਲਈਦਾ ਕਿ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਜਿਹੜਾ ਸਚਿਆਰ ਹੈ, ਸੱਚਾ ਹੈ। ਤੇ ਗੁਰਮੁਖ ਪਿਆਰਿਓ ਉਹ ਸਚਿਆਰ ਵਾਹਿਗੁਰੂ ਹੀ ਬਖਸ਼ਿਸ਼ਾਂ ਕਰਦਾ ਹੈ। ਉਹ ਪ੍ਰਮਾਤਮਾ ਹੀ ਸਾਰਿਆਂ ਦੇ ਉੱਪਰ ਕਿਰਪਾ ਕਰਦਾ ਹੈ ਤੇ ਜਿਹਦੇ ਉੱਪਰ ਉਹਦੀ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਆ ਤੇ ਗੁਰਮੁਖ ਪਿਆਰਿਓ ਫਿਰ ਉਹਨੂੰ ਉਹਦੇ ਤੇ ਬਖਸ਼ਿਸ਼ ਇੰਨੀ ਹੁੰਦੀ ਆ ਕਿ ਝੂਠ ਦੀ ਜਿਹੜੀ ਕੰਧ ਹੈ ਉਹ ਅੰਦਰੋਂ ਟੁੱਟ ਜਾਂਦੀ ਆ ਤੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਜਾ ਕੇ ਪ੍ਰਵਾਨ ਹੋ ਜਾਂਦਾ ਹੈ। ਸੋ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਉਹ ਮਾਲਕ ਵਾਹਿਗੁਰੂ ਜਿਹੜਾ ਹੈ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਉ ਅਪਾਰ। ਕਹਿੰਦੇ ਜਿਹੜਾ ਸਾਚਾ ਉਹ ਨਾਸ ਤੋਂ ਰਹਿਤ ਹੈ ਪਰਮੇਸ਼ਰ ਵਾਹਿਗੁਰੂ, ਤੇ ਉਹਦੀ ਜਿਹੜੀ ਨਾਏ ਉਸ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਹੁੰਦੀ ਆ ਉਹ ਸੱਚੇ ਨਾਮ ਦੁਆਰਾ ਹੀ ਹੁੰਦੀ ਹੈ। ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਨਾਮ ਤੇਰਾ ਪਰਾ ਪੂਰਬਲਾ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਚਾ ਸਾਹਿਬ ਸਾਚ ਨਾਏ
ਭਾਖਿਆ ਭਾਉ ਪਾਰ। ਤੇ ਜਿਨ੍ਹਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਪ੍ਰੇਮ ਦੇ ਨਾਲ ਉਚਾਰਨ ਕੀਤਾ ਤੇ ਉਹਨਾਂ ਨੂੰ ਫਿਰ ਤੇ ਸਤਿਪੁਰਸ਼ਾਂ ਨੂੰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਦਾ ਪ੍ਰਕਾਸ਼ ਹੋ ਜਾਂਦਾ ਹੈ। ਆਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਜਿਹੜੇ ਅਧਿਕਾਰੀ ਪੁਰਸ਼ ਹੁੰਦੇ ਨੇ ਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਤੇ ਉਹ ਕਹਿੰਦੇ ਵੀ ਸਤਿਗੁਰੂ ਜੀ ਦੇ ਹਜ਼ੂਰ ਜਾ ਕੇ ਫਿਰ ਮੰਗਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ, ਤੇ ਸਤਿਗੁਰੂ ਕਿਰਪਾ ਕਰਕੇ ਫਿਰ ਉਹਨਾਂ ਤੇ ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਗਿਆਨ ਦੀ ਬਖਸ਼ਿਸ਼ ਹੋ ਜਾਂਦੀ ਆ ਤੇ ਉਹਨਾਂ ਦੇ ਅੰਦਰੋਂ ਭਰਮ ਜਿਹੜਾ ਹੁੰਦਾ ਵਾ ਉਹ ਖਤਮ ਹੋ ਜਾਂਦਾ ਹੈ। ਕਿਉਂਕਿ ਉਹ ਜਾ ਕੇ ਬੇਨਤੀ ਕਰਦੇ ਆ ਵੀ ਸੱਚੇ ਪਾਤਸ਼ਾਹ ਸਾਨੂੰ ਨਿਸ਼ਕਾਮ ਕਰਮ ਸ਼ਰਵਣ ਮੰਨਣ ਨਿਧਿਆਸਨ ਗਿਆਨ ਦੀ ਬਖਸ਼ਿਸ਼ ਕਰੋ, ਤੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਨੂੰ ਗਿਆਨ ਦੀ ਬਖਸ਼ਿਸ਼ ਕਰ ਦਿੰਦੇ ਹਨ ਜੀ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਤੇ ਫਿਰ ਉਹ ਜਿਹੜੇ 6 ਕਰਮ ਜਿਨ੍ਹਾਂ ਦੁਆਰਾ ਸ਼ਰਵਣ ਕਰੀਦਾ ਹੈ ਫਿਰ ਮੰਨਣ ਕਰੀਦਾ ਹੈ, ਸੋ ਇਸ ਤਰ੍ਹਾਂ ਦੀਆਂ ਭੇਦ ਦੀਆਂ ਬਾਧਕ ਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਅੱਗੇ ਨਿਧਿਆਸਨ ਕਰੀਦਾ ਹੈ। ਸਜਾਤੀ ਵਿਰਤੀ ਦਾ ਪ੍ਰਭਾਵ ਪਾਈਦਾ ਹੈ ਤੇ ਵਿਜਾਤੀ ਵਿਰਤੀ ਦਾ ਤਿਰਸਕਾਰ ਕਰੀਦਾ ਹੈ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਆਪਣੇ ਸਿੱਖਾਂ ਦੇ ਉੱਪਰ ਕਿਰਪਾ ਕਰਦੇ ਹਨ। ਜਿਤ ਦਿਸਾ ਦਰਬਾਰ, ਜਿਹਦੇ ਕਰਕੇ ਦਰਬਾਰ ਸੱਚਖੰਡ ਵਿੱਚ ਵਸਣ ਵਾਲਾ ਨਿਰੰਕਾਰ ਸਰੂਪ ਸਾਖਸ਼ਾਤ ਹੋ ਜਾਂਦਾ ਹੈ। ਮਹੌ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਸਿੱਖ ਨੂੰ ਮੂੰਹੋਂ ਕਿਹੜੇ ਵਚਨ ਬੋਲਣੇ ਚਾਹੀਦੇ ਨੇ? ਜਿਨ੍ਹਾਂ ਨੂੰ ਸੁਣ ਕੇ ਗੁਰੂ ਜੀ ਦੇ ਨਾਲ ਪਿਆਰ ਬਣ ਜਾਵੇ ਤੇ ਮਨ ਵਿਸਿਆਂ ਦੇ ਵੱਲੋਂ ਹਟ ਜਾਵੇ। ਤੇ ਹੁਣ ਇਸ ਨੂੰ ਵਾਹਿਗੁਰੂ ਦੀ ਪ੍ਰਾਪਤੀ ਕਰਵਾਈਏ। ਦੱਸਦੇ ਨੇ ਅੰਮ੍ਰਿਤ ਵੇਲਾ ਸੱਚ ਨਾਉ। ਫਿਰ ਉਸ ਵੇਲੇ ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ, ਸਿੱਖਾ ਤੇਰਾ ਹੁਣ ਅੰਮ੍ਰਿਤ ਅਮਰ ਹੋਣ ਦਾ ਵੇਲਾ ਸਮਾਂ ਹੈ। ਅੰਮ੍ਰਿਤ ਬ੍ਰਹਮਾਨੰਦ ਦੀ ਪ੍ਰਾਪਤੀ ਦਾ ਵੇਲਾ ਹੈ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਹੁਣ ਤੂੰ ਉਸ ਵਾਹਿਗੁਰੂ ਦੀ ਵਡਿਆਈ ਕਰ। ਅੰਮ੍ਰਿਤ ਵੇਲਾ ਜਿਹੜਾ ਤੈਨੂੰ ਜਿਹੜਾ ਇਹ ਪ੍ਰਾਪਤ ਹੋਇਆ ਹੈ ਤੇ ਇਹਦੇ ਵਿੱਚ ਤੂੰ ਬ੍ਰਹਮਾਨੰਦ ਦੀ ਜਿਹੜੀ ਪ੍ਰਾਪਤੀ ਦਾ ਅੰਮ੍ਰਿਤ ਵੇਲਾ ਜਿਹੜਾ ਤੈਨੂੰ ਮਿਲਿਆ ਹੈ, ਤੇ ਹੁਣ ਇਸ ਦੇ ਵਿੱਚ ਉਸ ਵਾਹਿਗੁਰੂ ਪ੍ਰਮਾਤਮਾ ਦੀ ਸੋਭਾ, ਉਸ ਵਾਹਿਗੁਰੂ ਦੀ ਵਡਿਆਈ, ਉਹਦੀ ਵਿਚਾਰ ਕਰਨਾ ਕਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਫਿਰ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰੇ, ਹੇ ਸਤਿਗੁਰੂ ਜੀ ਆਪ ਕਿਰਪਾ ਕਰਕੇ ਮੈਨੂੰ ਪ੍ਰੇਮ ਰੂਪੀ ਕੱਪੜਾ ਵਸਤਰ ਸਰੋਪੋ ਦੀ ਬਖਸ਼ਿਸ਼ ਕਰਨਾ ਕਰੋ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਫਿਰ ਸਿੱਖ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਪ੍ਰੇਮ ਰੂਪੀ ਕੱਪੜਾ ਬਖਸ਼ੋ। ਫਿਰ ਗੁਰੂ ਕਿਰਪਾ ਕਰਕੇ ਸਿੱਖ ਨੂੰ ਪ੍ਰੇਮ ਰੂਪੀ ਵਸਤਰ ਤੇ ਸੰਸਾਰ ਤੋਂ ਮੋਖ ਮੁਕਤੀ ਰੂਪੀ ਬਖਸ਼ਿਸ਼ ਸਰੂਪੋ ਦੀ ਬਖਸ਼ਿਸ਼ ਕਰਦਾ। ਨਾਨਕ ਏਵੈ ਜਾਣੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਪ੍ਰਕਾਰ ਜਾਣ ਲਈਦਾ ਹੈ ਕਿ ਉਹ ਵਾਹਿਗੁਰੂ ਜਿਹੜਾ ਹੈ ਉਹ ਸਾਰਿਆਂ ਦੇ ਅੰਦਰ ਆਪ ਹੀ ਸਚਿਆਰ ਹੈ। ਤੇ ਇਸ ਤਰ੍ਹਾਂ ਜਾਣ ਕੇ ਫਿਰ ਗੁਰਸਿੱਖ ਜਿਹੜੇ ਹੁੰਦੇ ਨੇ ਉਹ ਨਿਹਾਲ ਹੋ ਜਾਂਦੇ ਹਨ। ਤੇ ਜਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਹਨਾਂ ਦੇ ਉੱਪਰ ਕਿਰਪਾ ਹੁੰਦੀ ਹੈ ਤੇ ਗੁਰਮੁਖ ਪਿਆਰਿਓ ਫਿਰ ਉਹ ਸਚਿਆਰ ਬਣ ਜਾਂਦੇ ਨੇ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਪੌੜੀ ਵਿੱਚ ਦੱਸਦੇ ਨੇ ਵੀ ਜਿਵੇਂ ਦੁਨੀਆ ਦੇ ਬਾਦਸ਼ਾਹ ਝੂਠੇ ਹੁੰਦੇ ਆ ਤੇ ਉਹ ਵਾਹਿਗੁਰੂ ਪ੍ਰਮਾਤਮਾ ਜਿਹੜਾ ਹੈ ਉਹ ਸੱਚਾ ਪਾਤਸ਼ਾਹ ਹੈ, ਉਹ ਸੱਚਾ ਮਾਲਕ ਤੇ ਉਹਦਾ ਨਾਮ ਵੀ ਸੱਚਾ। ਤੇ ਜਿਹੜੇ ਗੁਰਮੁਖਾਂ ਨੇ ਉਸ ਵਾਹਿਗੁਰੂ ਦੇ ਨਾਮ ਨੂੰ
ਭਾਵ ਪ੍ਰੇਮ ਕਰਕੇ ਉਚਾਰਨ ਕੀਤਾ, ਉਹਨਾਂ ਨੂੰ ਅਪਾਰ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਪ੍ਰਾਪਤੀ ਹੋ ਜਾਂਦੀ ਹੈ। ਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜਿਹੜੇ ਪਿਆਰ ਕਰਦੇ ਨੇ, ਉਸ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਨੇ, ਵਾਹਿਗੁਰੂ ਦਾ ਨਾਮ ਜਪ ਕੇ ਉਹਦੀ ਭੇਟਾ ਰੱਖਦੇ ਨੇ, ਉਹਦੀਆਂ ਵਡਿਆਈਆਂ ਦੀ ਵਿਚਾਰ ਕਰਦੇ ਨੇ, ਤੇ ਫਿਰ ਉਹ ਵਾਹਿਗੁਰੂ ਦੇ ਨਾਲ ਸੱਚਾ ਪਿਆਰ ਹੋ ਜਾਂਦਾ। ਜਿਹੜੇ ਸਕਾਮ ਕਰਮਾਂ ਦੇ ਕਰਨ ਵਾਲੇ ਨੇ, ਉਹਨਾਂ ਨੂੰ ਦੇਹ ਰੂਪੀ ਕੱਪੜਾ ਫਿਰ ਬਾਰ-ਬਾਰ ਮਿਲੀ ਜਾਂਦਾ, ਪਰ ਬਾਰ-ਬਾਰ ਉਹਨਾਂ ਨੂੰ ਸਰੀਰ ਪਜਾਮੇ ਮਿਲੀ ਜਾਂਦੇ ਨੇ। ਜਿਹੜੇ ਨਿਸ਼ਕਾਮ ਸੇਵਾ ਸਿਮਰਨ ਕਰਦੇ ਨੇ, ਜਿਨ੍ਹਾਂ ਦੇ ਅੰਦਰ ਕੋਈ ਕਾਮਨਾ ਨਹੀਂ ਹੁੰਦੀ, ਇੱਛਾ ਨਹੀਂ ਹੁੰਦੀ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਉਹਨਾਂ ਨੂੰ ਫਿਰ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਹੁੰਦਾ। ਤੇ ਤਾਂ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਨੂੰ ਜਾਣਦੇ ਨੇ, ਤੇ ਫਿਰ ਉਹ ਪਰਮੇਸ਼ਰ ਨੂੰ ਸਾਰਿਆਂ ਦੇ ਵਿੱਚ ਵਿਆਪਕ ਜਾਣ ਕੇ ਫਿਰ ਗੁਰਮੁਖ ਪਿਆਰਿਓ ਉਹ ਮੁਕਤ ਹੋ ਜਾਂਦੇ ਨੇ। ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਅੱਗੇ ਵਾਸਤੇ ਸਤਿਗੁਰੂ ਜੀ ਸਮਤ ਬਖਸ਼ਣ। ਰਹਿੰਦੀ ਗੁਰਬਾਣੀ ਇਸੇ ਤਰ੍ਹਾਂ ਹੀ ਸਤਿਗੁਰੂ ਮੇਰਾ ਭਰਿਆ ਹੱਥ ਰੱਖ ਕੇ ਗੁਰਬਾਣੀ ਦੀ ਕਥਾ ਵਿਚਾਰ ਕਰਵਾ ਲੈਣ। ਸਾਰੀਆਂ ਸੰਗਤਾਂ ਦਾ ਧੰਨਵਾਦ ਜਿਹੜੇ ਲਾਹੇ ਪ੍ਰਾਪਤ ਕਰਦੇ ਹੋ। ਸੋ ਸਤਿਗੁਰੂ ਜੀ ਮਿਹਰ ਕਰਨ, ਆਪਣੇ ਹਿਰਦਿਆਂ ਵਿੱਚ ਇਹ ਉਪਦੇਸ਼ ਵਸ ਜਾਵੇ, ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਵੇ। ਆਓ ਆਖਰੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਕਰੀਏ ਜੀ। ਕਰਮੀ ਆਵੇ ਕਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।